ਇੱਛਾ ਪੂਰਵ ਸਰਵ ਸੁਖ ਦਾਤਾ, ਕੋਟ ਖੰਡਾ ਬ੍ਰਹਿਮੰਡਾਂ ਦਾ ਮਾਲਕ, ਪੂਰੀ ਮਾਨਵਤਾ ਦਾ ਸਰਵ ਸਾਂਝਾ ਗੁਰੂ ਰਹਿਬਰ, ਤਖਤ ਚਬਰ ਛਤਰ ਦਾ ਮਾਲਕ, ਹਲਤ ਪਲ ਦਾ ਰੱਖਾ, ਸ਼ਬਦ ਗੁਰੂ ਅਵਤਾਰ, ਬਾਣੀ ਬੋਹਿਤ, ਗੁਰਗੱਦੀ ਤੇ ਬਿਰਾਜਮਾਨ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਜੋ ਚਿਰਾਂ ਤੋਂ ਆਪਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਦੀਆਂ ਕਥਾ ਕਹਾਣੀਆਂ ਵਿਚਾਰਾਂ ਕਰਦੇ ਸੁਣਦੇ ਆ ਰਹੇ ਹਾਂ। ਅੱਜ ਵੀ ਉਸੇ ਲੜੀ ਦਾ ਇੱਕ ਹਿੱਸਾ ਬਣ ਕੇ ਆਪਾਂ ਸਤਿਗੁਰਾਂ ਦੇ ਪਾਵਨ ਜੀਵਨ ਵਿੱਚੋਂ ਕੁਝ ਕੁ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ, ਤਾਂ ਕਿ ਆਇਆ ਸਾਡਾ ਸੰਸਾਰ ਤੇ ਸਫਲ ਹੋ ਜਾਵੇ। ਅੱਜ ਜੋ ਨਿੱਤ ਆਪਾਂ ਦੁੱਖਾਂ ਕਲੇਸ਼ਾਂ ਦੇ ਨਾਲ ਘੁਲਦੇ ਹਾਂ, ਕਾੜਿਆਂ ਸਾੜਿਆਂ, ਰੋਗਾਂ ਸੋਗਾਂ, ਫਿਕਰਾਂ ਚਿੰਤਾ ਵਿੱਚ ਗਰਸੇ ਹੋਏ ਹਾਂ, ਇਹਨਾਂ ਤੋਂ ਬਚ ਸਕੀਏ, ਜਮਾਂ ਦੀ ਮਾਰ ਤੋਂ ਵੀ ਬਚੀਏ। ਆ ਸੁਣਦੇ ਦੇਖਦੇ ਆ ਰਹੇ ਆਪਾਂ ਜੋ 84 ਲੱਖ ਗੰਦੀਆਂ ਮੰਦੀਆਂ ਟੇਢੀਆਂ ਮੇਢੀਆਂ ਜੂਨੀਆਂ, ਇਹਨਾਂ ਤੋਂ ਵੀ ਆਪਣਾ ਬਚਾਅ ਹੋਵੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕੋਈ ਨਾ ਕੋਈ ਸਾਨੂੰ ਨਵਾਂ ਢੰਗ ਤਰੀਕਾ ਦੱਸ ਕੇ ਦੇਖੋ ਸਾਡਾ ਜੀਵਨ ਸਫਲ ਬਣਾਉਣਾ ਚਾਹੁੰਦੇ ਨੇ। ਆਪਾਂ ਕੱਲ੍ਹ ਵੀ ਵਿਚਾਰ ਕਰ ਰਹੇ ਸਾਂ ਕਿ ਇਹ ਕਮੀ ਸਾਰੀ ਸਾਡੇ ਵਿੱਚ, ਪਾਤਸ਼ਾਹ ਸਾਡੇ ਤੇ ਰਹਿਮਤ ਕਰਦੇ ਨੇ, ਬਖਸ਼ਿਸ਼ਾਂ ਕਰਦੇ ਨੇ, ਦਇਆ ਕਰਦੇ ਨੇ, ਸਾਨੂੰ ਨਵੀਂ ਤੋਂ ਨਵੀਂ ਜੁਗਤੀ ਦੱਸ ਕੇ ਤੇ ਸਾਡਾ ਜੀਵਨ ਸਫਲ ਬਣਾਉਣਾ ਚਾਹੁੰਦੇ ਨੇ। ਆਓ ਆਪਾਂ ਵੀ ਥੋੜ੍ਹਾ ਬਹੁਤ ਯਤਨ ਕਰੀਏ ਤਾਂ ਕਿ ਆਪਣਾ ਜੀਵਨ ਸਫਲ ਹੋ ਸਕੇ, ਆਇਆ ਉਸ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵੇ। ਅੱਜ ਜੋ ਰੋਜ਼ ਹੀ ਆਪਾਂ ਨਿੱਤ ਨਵੇਂ ਦੁੱਖਾਂ ਕਲੇਸ਼ਾਂ, ਕਾੜਿਆਂ ਸਾੜਿਆਂ, ਰੋਗਾਂ ਸੋਗਾਂ, ਚਿੰਤਾ ਵਿੱਚ ਗਰਸੇ ਹੋਏ ਹਾਂ, ਇਹਨਾਂ ਵਿੱਚੋਂ ਆਪਾਂ ਮੁਕਤ ਹੋ ਸਕੀਏ। ਤੇ ਸਭ ਤੋਂ ਵੱਡਾ ਕਾਰਨ ਸੀ ਇਹ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮਨ ਦੀ ਮੈਲ, ਸਾਡੇ ਕੀਤੇ ਹੋਏ ਪਾਪ ਕਰਮਾਂ ਦੀ ਮੈਲ ਜਿਹੜੀ ਨਾ ਸਾਡੇ ਮਨ ਨੂੰ ਲੱਗੀ ਹੋਈ ਜਨਮਾਂ ਜਨਮਾਂਤਰਾਂ ਦੀ। ਦਰਅਸਲ ਪਾਤਸ਼ਾਹ ਉਸ ਨੂੰ ਪਹਿਲਾਂ ਧੋਣ ਦਾ ਸਾਨੂੰ ਕਹਿੰਦੇ ਨੇ ਕਿ ਜਿੰਨਾ ਚਿਰ ਉਹ ਤੁਹਾਡੇ ਜਨਮਾਂ ਜਨਮਾਂਤਰਾਂ ਦੇ ਮਨ ਨੂੰ ਲੱਗੀ ਹੋਈ ਤੁਹਾਡੇ ਪਾਪ ਕਰਮਾਂ ਦੀ ਮੈਲ ਨਹੀਂ ਉਤਰਦੀ, ਉਹਨਾਂ ਚਿਰ ਯਾਦ ਰੱਖਣਾ ਜੀਵਨ ਸਫਲ ਨਹੀਂ ਹੋ ਸਕਦਾ ਤੇ ਦੁੱਖਾਂ ਰੋਗਾਂ ਸੋਗਾਂ ਚਿੰਤਾਵਾਂ ਤੋਂ ਮੁਕਤ ਨਹੀਂ ਹੋ ਸਕਦੇ। ਇਸ ਵਾਸਤੇ ਪਾਤਸ਼ਾਹ ਨੇ ਆਪਾਂ ਜੋ ਇੱਕ ਪਾਤਸ਼ਾਹ ਦਾ ਜਪਜੀ ਸਾਹਿਬ ਦਾ ਪਹਿਲੀ ਹੀ ਤੁਕ ਲਈ ਸੀਗੀ, ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਵੀ ਤਨ ਧੋਣ ਦੇ ਨਾਲ ਇਹ ਮਨ ਦਾ ਕੋਈ ਸੰਬੰਧ ਨਹੀਂ। ਇਹ ਮੈਲ ਕਿਵੇਂ ਉਤਰੂ? ਪਾਤਸ਼ਾਹ ਨੇ ਨਹੀਂ ਕਹਾ, ਕਈਆਂ ਦਿਨਾਂ ਤੋਂ ਆਪਾਂ ਨੂੰ ਉਦਾਹਰਨਾਂ ਦੇ ਦੇ ਸਮਝਾ ਰਹੇ ਨੇ। ਹੁਣ ਪਾਤਸ਼ਾਹ ਨੇ ਆਪਣੇ ਗੱਲ ਸਾਂਝੀ ਕੀਤੀ ਕਿ ਸਾਡੇ ਪੁਰਾਣੇ ਬਜ਼ੁਰਗਾਂ ਨੇ, ਮਹਾਂਪੁਰਸ਼ਾਂ, ਰਿਸ਼ੀਆਂ ਮੁਨੀਆਂ ਨੇ 4 ਢੰਗ ਲੱਭੇ, ਜਿਨ੍ਹਾਂ ਵਿੱਚੋਂ ਤੀਰਥ ਇੱਕ ਢੰਗ, ਪਹਿਲਾ ਢੰਗ ਤੀਰਥ ਸੀਗਾ ਵੀ ਤੀਰਥ 'ਤੇ ਜਾ ਕੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਉਤਰ ਜਾਂਦੀ।
ਤੇ ਆਪਾਂ ਕੁਝ ਕੁ ਤੀਰਥਾਂ ਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਤੇ ਕੱਲ ਆਪਾਂ ਇੱਕ ਆਰੰਭ ਕੀਤੀ ਸੀ ਵਿਚਾਰ ਗੰਗਾ ਤੀਰਥ ਇਸ਼ਨਾਨ ਦੀ। ਆਪਾਂ ਥੋੜ੍ਹੀ ਜਿਹੀ ਇਹਦੇ ਵਿੱਚ ਝਾਤ ਮਾਰਦੇ ਹਾਂ ਵੀ ਤੀਰਥ ਕਿਵੇਂ ਮੈਲ ਕੱਟਦਾ ਹੈ, ਔਰ ਕਿਹਨਾਂ ਦੀ ਕੱਟੀ, ਕਿਵੇਂ ਕੱਟੀ। ਗੰਗਾ ਪਵਿੱਤਰ ਸਥਾਨ ਪਰ ਅਸੀਂ ਭਾਵੇਂ ਲੱਖ ਨੂੰ ਮਾੜਾ ਕਹੀਏ, ਇੱਕ ਗੱਲ ਯਾਦ ਰੱਖਣ ਵਾਲੀ ਹੈ, ਜਿਹੜੀ ਤਿੰਨਾਂ ਲੋਕਾਂ ਵਿੱਚ ਪ੍ਰਸਿੱਧ ਤੀਰਥ ਆ, ਇਹ ਗੰਗਾ ਦਾ। ਭਾਵੇਂ ਇਸ ਦੇ ਮੁਕਾਬਲੇ ਜਾਂ ਇਹਦੇ ਬਰਾਬਰ ਕਹਿ ਦਈਏ, ਜਦੋਂ ਵੀ ਕੋਈ ਧਰਮ ਵਿੱਚੋਂ ਧਰਮ ਪਾੜਦਾ ਹੈ ਤਾਂ ਉਹ ਆਪਣੀ ਕੋਈ ਨਵੀਂ ਤੋਂ ਨਵੀਂ ਛਾਪ ਛੱਡਦਾ ਹੈ। ਇਸ ਹਿੰਦੂ ਧਰਮ ਵਿੱਚੋਂ ਇੱਕ ਸਾਖ ਪਾਟੀ ਧੰਨ ਗੁਰੂ ਨਾਨਕ ਸਾਹਿਬ, ਉਹਨਾਂ ਨੇ ਸਾਖ ਇੱਕ ਵੱਖਰੀ ਪਾੜੀ। ਸਿੱਖ ਧਰਮ ਪੈਦਾ ਕੀਤਾ, ਉਹਨੂੰ ਨਵੀਂ ਜੀਵਨ ਦੀ ਸੇਧ ਦਿੱਤੀ ਤੇ ਨਵੇਂ ਸੰਸਕਾਰ ਦਿੱਤੇ ਔਰ ਨਵੀਆਂ ਵਿਚਾਰਾਂ ਦਿੱਤੀਆਂ। ਭਾਵੇਂ ਇਸ ਗੰਗਾ ਦੇ ਤੁਲ ਜਿੰਨੀ ਮਹਾਨਤਾ ਇਹਦੀ, ਕਲਯੁਗ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਹੁਣ ਤੱਕ ਕਰੋੜਾਂ ਬੰਦੇ ਇਸ਼ਨਾਨ ਕਰਦੇ ਨੇ ਕਿ ਸਾਰੇ ਪਾਗਲ ਤਾਂ ਨਹੀਂ, ਸਾਰੇ ਸਵਾਰਥ ਕਰਕੇ ਨਹੀਂ ਜਾਂਦੇ, ਸਾਰੇ ਲੋੜ ਮੁਤਾਬਕ ਨਹੀਂ ਜਾਂਦੇ, ਸਾਰਾ ਮੇਲਾ ਦੇਖਣ ਨਹੀਂ ਜਾਂਦੇ। ਜਿਹਨਾਂ ਦਾ ਸਿਰਫ ਨਿਸ਼ਚਾ ਇੱਕ ਹੈ ਕਿ ਅਸੀਂ ਲੱਗੀ ਹੋਈ ਮਨ ਦੀ ਮੈਲ ਪਾਪ ਕਰਮਾਂ ਦੀ ਧੋਣੀ ਹੈ, ਉਹ ਬੜੀ ਸ਼ਰਧਾ ਭਾਵ ਨਾਲ ਜਾਂਦੇ ਆ। ਕਿਸੇ ਤੀਰਥ 'ਤੇ ਜਾਣ, ਤੀਰਥ ਪਿਆਰੋ ਸਭ ਪਵਿੱਤਰਿਆ। ਕਿਉਂ ਪਵਿੱਤਰਿਆ? ਕਿ ਕਿਸੇ ਮਹਾਂਪੁਰਸ਼ ਨੇ ਉੱਥੇ ਨਾਮ ਜਪਿਆ। ਅੰਮ੍ਰਿਤਸਰ ਕਿਉਂ ਮਸ਼ਹੂਰ ਹੈ? ਗੁਰਦਾਨ ਸਾਹਿਬ ਨੇ ਅੰਮ੍ਰਿਤਸਰ ਨੂੰ ਵੀ ਗੰਗਾ ਤੋਂ ਵੀ ਉੱਤਮ ਮੰਨਿਆ। ਕਿਉਂ ਮੰਨਿਆ? ਉੱਥੇ ਵੀ ਸਤਿਯੁਗ ਤੋਂ ਲੈ ਕੇ ਅੱਜ ਤੱਕ ਭਗਤੀ ਹੋ ਰਹੀ, ਅੱਜ ਤੱਕ ਭਗਤੀ ਹੋ ਰਹੀ, ਸਤਿਯੁਗ ਤੋਂ ਲੈ ਕੇ। ਇਹ ਦੋਨੇ ਤੀਰਥ ਜਿਹੜੇ ਨਾ, ਸ੍ਰੀ ਅੰਮ੍ਰਿਤਸਰ ਤੇ ਗੰਗਾ, ਦੋਨੇ ਸਤਿਯੁਗ ਤੋਂ ਤੀਰਥ ਚੱਲਦੇ ਆ ਰਹੇ। ਇਹ ਗੱਲ ਵੱਖਰੀ ਹੈ ਕਿ ਗੰਗਾ ਤੀਰਥ ਪਹਿਲਾਂ ਪ੍ਰਗਟ ਹੋਇਆ ਤੇ ਸ੍ਰੀ ਅੰਮ੍ਰਿਤਸਰ ਜਿਹੜਾ ਹੈ ਧੰਨ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਨੂੰ। ਗੱਲ ਸਾਡੇ ਤੇ ਹੁਣ ਵੀ ਅਸੀਂ ਕਿਸ ਭਾਵਨਾ ਦੇ ਨਾਲ ਤੀਰਥ 'ਤੇ ਜਾਂਦੇ ਹਾਂ। ਤੇ ਕੱਲ੍ਹ ਆਪਾਂ ਵਿਚਾਰ ਕਰਦੇ ਸਾਂ ਕਿ ਗੰਗਾ ਨੂੰ ਕਿਉਂ ਆਉਣਾ ਪਿਆ ਸੰਸਾਰ 'ਤੇ। ਇਹ ਪਵਿੱਤਰ ਤੀਰਥ ਸਥਾਨ ਜਿਹੜਾ ਇਸ਼ਨਾਨ ਸਥਾਨ ਬਣਿਆ, ਕਿਉਂ ਬਣਿਆ? ਕੋਈ ਕਾਰਨ। ਤੇ ਅੱਜ ਆਓ ਆਪਾਂ ਉਸ ਕਾਰਨ ਨੂੰ ਥੋੜ੍ਹਾ ਜਿਹਾ ਵਿਚਾਰੀ। ਕੱਲ੍ਹ ਆਪਾਂ ਥੋੜ੍ਹੀ ਵਿਚਾਰ ਆਰੰਭ ਕੀਤੀ ਸੀ ਕਿ ਇੱਕ ਰਾਜਾ ਬਾਹੂ ਹੋਇਆ। ਰਾਜੇ ਬਾਹੂ ਦੀ ਤੇ ਹੈ ਰਾਜੇ ਦੀ ਆਪਸ ਵਿੱਚ ਲੜਾਈ ਹੋਈ। ਹੈ ਰਾਜੇ ਨੇ ਰਾਜੇ ਬਾਹੂ ਨੂੰ ਹਰਾ ਦਿੱਤਾ ਤੇ ਦੇਸ਼ ਚੋਂ, ਆਪਣੇ ਰਾਜ ਚੋਂ ਕੱਢ ਦਿੱਤਾ ਤੇ ਜੰਗਲਾਂ ਵਿੱਚ ਚਲੇ ਗਿਆ। ਕਿਸ ਜੰਗਲ ਵਿੱਚ ਗਿਆ? ਜਿੱਥੇ ਔਰ ਰਿਸ਼ੀ ਭਗਤੀ ਕਰਦਾ ਸੀ। ਫਿਰ ਅਸੀਂ ਗੱਲਾਂ ਤੇ ਬਹੁਤ ਕਰ ਸਕਦੇ ਹਾਂ, ਕਿਸੇ ਦੀ ਨਿੰਦਿਆ ਜ਼ਰੂਰ ਕਰ ਸਕਦੇ ਹਾਂ, ਕਿਸੇ ਤੇ ਤਰਕ ਕਰ ਸਕਦੇ ਹਾਂ,
ਪਰ ਜਿਨ੍ਹਾਂ ਨੇ ਆਪਣਾ ਆਪ ਭਗਤੀ ਵਿੱਚ ਮਿਟਾਤਾ, ਰੱਬ ਦੀ ਬੰਦਗੀ ਵਿੱਚ ਸਾਰਾ ਜੀਵਨ ਲਾਤਾ, ਅਸੀਂ ਉਹਨਾਂ ਲੋਕਾਂ ਤੇ ਵੀ ਤਰਕ ਕਰਨ ਨੂੰ ਨਹੀਂ ਅੜਦੇ। ਅਸੀਂ ਉਹਨਾਂ ਰਿਸ਼ੀਆਂ ਮੁਨੀਆਂ ਵਿੱਚ ਕਿੰਨੀ ਕੁ ਵੱਡੀ ਤਾਕਤ ਹੋ ਗਈ ਜਿਨ੍ਹਾਂ ਨੇ ਰੱਬ ਦਾ ਨਾਮ ਲੈ ਕੇ ਇਹ ਪਦਵੀਆਂ ਪ੍ਰਾਪਤ ਕੀਤੀਆਂ, ਸੰਤਾਂ ਭਗਤਾਂ ਰਿਸ਼ੀਆਂ ਮੁਨੀਆਂ ਵਾਲੀਆਂ। ਸਾਨੂੰ ਘਰ ਵਿੱਚ ਨਹੀਂ ਕੋਈ ਪੁੱਛਦਾ, ਅਸੀਂ ਸ਼ੰਕਾ ਕਰਦੇ ਹਾਂ ਮਹਾਂਪੁਰਸ਼ਾਂ ਤੇ। ਬਾਹੂ ਰਾਜਾ ਹਾਰ ਖਾ ਕੇ ਜਦ ਜੰਗਲ ਵਿੱਚ ਚਲੇ ਗਿਆ ਤਾਂ ਔਰ ਰਿਸ਼ੀ ਜੀ ਦੇ ਕੋਲ ਪਹੁੰਚੇ। ਇਹਦੀਆਂ ਦੋ ਪਤਨੀਆਂ ਸੀਗੀਆਂ, ਪਹਿਲਾਂ ਦੋ ਘਰ ਵਾਲੀਆਂ। ਔਰ ਇੱਕ ਘਰ ਵਾਲੀ ਜਿਹੜੀ ਸੀ ਉਹ ਗਰਭ ਅਵਸਥਾ ਵਿੱਚ ਸੀ, ਤੇ ਰੱਬ ਦੇ ਪਿਆਰੇ ਦਿਆਲੂ ਕਿਰਪਾਲੂ ਹੁੰਦੇ। ਉਹਨਾਂ ਨੇ ਆਪਣੇ ਆਸ਼ਰਮ ਵਿੱਚ ਜਗ੍ਹਾ ਦਿੱਤੀ। ਪਤਾ ਸੀ ਵੀ ਇਸਤਰੀ ਗਰਭਵਤੀ ਹੈ, ਰਾਣੀ ਗਰਭਵਤੀ ਆ, ਜੰਗਲ ਵਿੱਚ ਇਹਦਾ ਕੌਣ ਸਹਾਰਾ ਹੈ। ਉਹ ਸਹਾਰਾ ਬਣੇ, ਉਹਨਾਂ ਨੇ ਆਪਣੇ ਆਸ਼ਰਮ ਵਿੱਚ ਰੱਖਿਆ। ਹੁਣ ਕੁਦਰਤ ਦਾ ਇੱਕ ਅਟੱਲ ਨਿਯਮ, ਆਪਾਂ ਕੱਲ੍ਹ ਵੀ ਗੱਲ ਕਰਦੇ ਹਾਂ, ਕੁਦਰਤ ਦਾ ਅਟੱਲ ਨਿਯਮ ਹੈ ਕਿ ਹਰ ਸੰਸਾਰ ਤੋਂ ਜਿਹੜਾ ਜੰਮਿਆ ਉਹਨੇ ਮਰਨਾ, ਜਿਹੜਾ ਆਇਆ ਉਹਨੇ ਜਾਣਾ, ਜਿਹੜਾ ਘੜਿਆ ਉਹਨੇ ਇੱਕ ਦਿਨ ਭੱਜਣਾ ਹੈ, ਜਿਹੜਾ ਹੋਇਆ ਉਹਨੇ ਇੱਕ ਦਿਨ ਨਾਸ਼ ਹੋਣਾ ਹੈ। ਉਸ ਅਕਾਲ ਪੁਰਖ ਦੇ ਅਟੱਲ ਨਿਯਮ ਦੁਆਰਾ ਰਾਜਾ ਬਾਹੂ ਮਰ ਗਿਆ। ਉਹਦੇ ਘਰ ਵਾਲੀ ਜਿਹੜੀ ਗਰਭਵਤੀ ਇਸਤਰੀ ਸੀ, ਉਹਦੀ ਚਿਖਾ ਵਿੱਚ ਸੜਨ ਲੱਗੀ। ਜਦੋਂ ਯਤਨ ਕੀਤਾ ਉਹਨੇ ਚਿਖਾ ਵਿੱਚ ਸੜਨ ਦਾ, ਤਾਂ ਔਰ ਰਿਸ਼ੀ ਨੇ ਉਹਦੀ ਬਾਂਹ ਫੜ ਲਈ, ਬੇਟਾ ਇਹ ਕੰਮ ਨਹੀਂ ਕਰਨਾ। ਉਦੋਂ ਰਿਵਾਜ਼ ਸੀ ਕਿ ਘਰ ਵਾਲਾ ਮਰ ਜਾਂਦਾ ਤੇ ਇਸਤਰੀ ਜਿਹੜੀ ਸੀ ਉਹ ਸਤੀ ਨਾਲ ਹੁੰਦੀ, ਮਨ ਸੜ ਜਾਂਦੀ, ਭਾਵੇਂ ਦਾ ਕਹਿ ਦਈਏ ਸਿੱਧਿਆਂ ਸ਼ਬਦਾਂ ਵਿੱਚ। ਕਹਿਣ ਲੱਗੇ ਤੂੰ ਗਰਭਵਤੀ ਆ, ਤੇਰੇ ਗਰਭ ਵਿੱਚੋਂ ਇੱਕ ਮਹਾਨ ਯੋਧਾ ਔਰ ਭਗਤ ਪੈਦਾ ਹੋਣਾ ਹੈ। ਇਸ ਕਰਕੇ ਤੂੰ ਇਹ ਸਤੀ ਨਾ ਹੋ, ਸੜਨਾ ਨਾਲ। ਰੁਕ ਗਈ ਵਿਚਾਰੀ। ਸਮਾਂ ਆਇਆ ਤੇ ਸਗਰ ਰਾਜਾ ਜਿਹੜਾ ਬਾਅਦ ਵਿੱਚ ਬਣਿਆ ਉਹ ਪੈਦਾ ਹੋਇਆ। ਰਾਜਾ ਬਾਅਦ 'ਚ ਬਣਿਆ, ਪਹਿਲਾ ਨਾਮ ਉਹਦਾ ਬਚਪਨ ਦਾ ਸਗਰ ਹੀ ਸੀਗਾ। ਸਗਰ ਦੇ ਪਹਿਲੇ ਦੋ ਸ਼ਾਦੀਆਂ ਹੋਈਆਂ। ਜਿਹੜੀ ਨਾਲ ਦੀ ਸੌਂਕਣੇ ਸੀ ਕਹਿ ਦਈਏ, ਜਾਂ ਦੂਸਰੀ ਪਤਨੀ ਸੀ ਰਾਜੇ ਬਾਹੂ ਦੀ, ਉਹਨੇ ਕੁਝ ਪਹਿਲਾਂ ਸੋਚਿਆ ਕਿ ਜੇ ਇਹਦੇ ਘਰੇ ਬੱਚਾ ਹੋ ਗਿਆ ਤੇ ਮੇਰਾ ਸਤਿਕਾਰ ਰਾਜੇ ਦੇ ਕੋਲ ਨਹੀਂ ਰਹਿਣਾ। ਉਹਨੇ ਉਸ ਦੂਜੀ ਆਪਣੀ ਜਿਹੜੀ ਪਤਨੀ ਸੀ ਰਾਜੇ ਸਗਰ ਦੀ ਨੂੰ ਜ਼ਹਿਰ ਦੇ ਦਿੱਤਾ, ਜਿਹਨੂੰ ਗਰਭ ਹੋਣ ਵਾਲਾ ਸੀ, ਬੱਚਾ ਹੋਣ ਵਾਲਾ ਸੀ। 7 ਸਾਲ ਪਹਿਲੋਂ ਉਹ ਜ਼ਹਿਰ ਦੇ ਕਾਰਨ ਬੱਚਾ ਟਿਕਿਆ ਰਿਹਾ ਮਾਤਾ ਦੇ ਗਰਭ ਵਿੱਚ। ਆਖਿਰ ਜਨਮ ਤਾਂ ਲੈਣਾ ਸੀ। 7 ਸਾਲ ਬੱਚਾ ਘਰ ਤੋਂ ਬਾਹਰ ਆਇਆ, ਤੇ ਕਿਉਂਕਿ ਰਿਸ਼ੀ ਦੀ ਕਿਰਪਾ ਸੀ, ਭਗਤੀ ਦਾ ਸਦਕਾ ਸੀ, ਇੱਕ ਭਗਤ ਦੀ ਨਿਗਾਹ ਸੀ, ਰੱਬ ਦੇ ਪਿਆਰੇ ਦੀ ਨਿਗਾਹ ਸੀ ਉੱਤੇ। ਜ਼ਹਿਰ ਤਾਂ ਮਾਰਦਾ ਹੈ, ਸਭ ਨੂੰ ਮਾਰਦਾ ਯਾਰ, ਯਾਦ ਰੱਖੇ ਸਭ ਨੂੰ ਨਹੀਂ ਮਾਰਦਾ। ਜਦੋਂ ਸਮੁੰਦਰ ਰਾਖਸ਼ਾਂ ਦੇ ਦੇਵਤਿਆਂ ਨੇ ਰਿੜਕਿਆ, ਉਹਦੇ ਵਿੱਚੋਂ ਜਿਹੜਾ ਜ਼ਹਿਰ ਨਿਕਲਿਆ ਸੀ, ਜਿਹਨੂੰ ਭੋਲਾ ਕਹਿੰਦੇ ਆ, ਸ਼ਿਵ ਜੀ ਕਹਿੰਦੇ ਆ, ਮਹਾਦੇਵ ਕਹਿੰਦੇ ਆ, ਉਹਨੇ ਆਪਣੇ ਉਹ ਗਲ ਵਿੱਚ ਰੱਖ ਲਿਆ ਸੀ। ਤਾਂ ਉਹਦਾ ਗਲ ਜਿਹੜਾ ਨੀਲੇ ਰੰਗ ਦਾ, ਕਦੇ ਤਾਂ ਫੋਟੋਆਂ 'ਤੇ ਵੀ ਦੇਖਿਆ ਹੋਵੇ। ਯਾਰ ਸਭ ਨੂੰ ਮਾਰਦਾ, ਲੇਕਿਨ ਉਹਨੂੰ ਨਹੀਂ ਮਾਰਿਆ, ਸ਼ਿਵ ਜੀ ਨੂੰ, ਸ਼ਿਵ ਭਗਵਾਨ ਨੂੰ ਨਹੀਂ ਮਾਰਿਆ।
ਹੁਣ ਇਸੇ ਤਰ੍ਹਾਂ ਹੀ ਇਹ ਭਗਤੀ ਦਾ ਸਦਕਾ ਔਰ ਰਿਸ਼ੀ ਦੀ 7 ਸਾਲ ਗਰਭ ਵਿੱਚ ਤੇ ਰਿਹਾ, ਲੇਕਿਨ ਉਸ ਜ਼ਹਿਰ ਨੇ ਮਾਰਿਆ ਨਹੀਂ। ਜਦੋਂ ਪੈਦਾ ਹੋਇਆ ਉਹ ਸਾਰਾ ਜ਼ਹਿਰ ਵੀ ਨਾਲ ਆਇਆ। ਤੇ ਜਦੋਂ ਅਸੀਂ ਇਸ ਸਾਗਰ ਸ਼ਬਦ ਨੂੰ ਸੰਧੀ ਛੇਦ ਕਰਾਂਗੇ ਨਾ, ਤੇ ਬਣੂਗਾ ਸੈ ਗਰ, ਬਈ ਜ਼ਹਿਰ ਦੇ ਸਹਿਤ, ਜ਼ਹਿਰ ਦੇ ਨਾਲ ਜਦੋਂ ਬੱਚਾ ਪੈਦਾ ਹੋਇਆ ਨਾਲ ਹੀ ਜ਼ਹਿਰ ਆਇਆ, ਜ਼ਹਿਰ ਦੇ ਨਾਲ ਹੀ ਪੈਦਾ ਹੋਇਆ। ਰਿਸ਼ੀ ਨੇ ਪਾਲਣਾ ਪੋਸ਼ਣਾ ਕੀਤੀ, ਮਾਤਾ ਨੇ ਕੀਤੀ ਪਾਲਣਾ ਪੋਸ਼ਣਾ। ਜਵਾਨ ਹੋਇਆ, ਪੁੱਛ ਲਿਆ ਮਾਤਾ ਨੂੰ ਜਵਾਨ ਹੋ ਕੇ, ਮਾਤਾ ਮੇਰਾ ਬਾਪ ਕੌਣ ਸੀ, ਮੇਰਾ ਬਾਪ ਕੀ ਕਰਦਾ ਸੀ। ਹੁਣ ਮਾਤਾ ਵੀ ਜਤੀ ਸਤੀ ਸੀ, ਜਿਹੜੀ ਆਪਣੇ ਪਤੀ ਦੇ ਨਾਲ ਸਤੀ ਹੋਣਾ ਚਾਹੁੰਦੀ ਸੀ। ਉਹਦੇ ਅੰਦਰ ਸੱਚ ਸੀ, ਉਹ ਸੱਚ ਉਹਦੇ ਅੰਦਰੋਂ ਛਿਪਿਆ ਨਹੀਂ ਗਿਆ। ਉਹਨੂੰ ਕਹਿਣ ਲੱਗੀ ਵੀ ਫਲਾਣੇ ਰਾਜੇ ਨੇ ਤੇਰੇ ਬਾਪ ਨੂੰ ਹਰਾਤਾ, ਸਾਨੂੰ ਰਾਜ ਵਿੱਚੋਂ ਕੱਢ ਦਿੱਤਾ। ਇਹਨਾਂ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਅਸੀਂ ਆਏ, ਉਹ ਕੁਝ ਚਿਰ ਪਹਿਲਾਂ ਅਕਾਲ ਚਲਾਣਾ ਕਰ ਗਏ। ਪੁੱਛਿਆ ਕੌਣ ਸੀ ਰਾਜਾ, ਦੱਸਿਆ ਹੈ ਰਾਜਾ, ਉਹਨੇ ਹਰਾਇਆ ਸੀ ਤੇਰੇ ਬਾਪ, ਤੁਹਾਡਾ ਰਾਜ ਉਹਨੇ ਲੁੱਟਿਆ, ਉਹਨੇ ਰਾਜ ਖੋਇਆ। ਸਗਰ ਜਵਾਨ ਸੀ, ਅਣਖ ਜਾਗੀ ਰਾਜਿਆਂ ਵਾਲੀ, ਸੂਰਮਿਆਂ ਵਾਲੀ, ਵੀ ਮੈਂ ਆਪਣੇ ਬਾਪ ਦਾ ਬਦਲਾ ਲੈਣਾ। ਤਿਆਰੀ ਕੀਤੀ ਔਰ ਰਿਸ਼ੀ ਦੇ ਕੋਲੋਂ ਅਸਤਰ ਸ਼ਸਤਰ ਦੀ ਵਿਦਿਆ ਸਿੱਖੀ, ਭਗਤੀ ਵੀ ਕੀਤੀ, ਸ਼ਸਤਰੀ ਵਿਦਿਆ ਵੀ ਸਿੱਖੀ, ਲੜਾਈ ਯੁੱਧ ਦੇ ਢੰਗ ਤਰੀਕੇ ਵੀ ਸਿੱਖੇ। ਤੇ ਸਮਾਂ ਆਇਆ ਤੇ ਰਾਜੇ ਹੈ ਦੇ ਨਾਲ ਦੁਬਾਰੇ ਲੜਾਈ ਕੀਤੀ, ਰਾਜੇ ਬਾਹੂ ਦੇ ਲੜਕੇ ਸਗਰ ਦੇ। ਆਖਰ ਮਹਾਂਪੁਰਸ਼ਾਂ ਦਾ ਪਿੱਛੇ ਹੱਥ ਸੀ। ਜਿਸ ਤਰ੍ਹਾਂ ਮਤਲਬ ਪ੍ਰਮਾਣ ਵੀ ਦੇ ਦੇਵਾਂ, ਭਗਤੀ ਦਾ ਕੋਈ ਅਥਾਹ ਨਹੀਂ ਹੁੰਦਾ ਪਿਆਰਿਓ। ਭਗਤੀ ਵਿੱਚ ਕਿੰਨੀ ਕੁ ਸ਼ਕਤੀ ਆ, ਕਿੰਨੀ ਕਿਸੇ ਨੇ ਭਗਤੀ, ਕਿੰਨੀ ਸ਼ਕਤੀ ਪ੍ਰਾਪਤ ਕੀਤੀ। ਇਤਿਹਾਸ ਗਵਾਹ ਹੈ, ਤੁਸੀਂ ਸਭ ਜਾਣਦੇ ਜੀ। ਭਗਵਾਨ ਰਾਮਚੰਦਰ ਜੀ ਨੇ ਜਦੋਂ ਸੀਤਾ ਮਾਈ ਨੂੰ ਬਨਵਾਸ ਦੇ ਦਿੱਤਾ ਤੇ ਬਾਲਮੀਕ ਦੇ ਆਸ਼ਰਮ ਵਿੱਚ ਉਹ ਵੀ ਰਹੀ ਸੀ। ਰਿਸ਼ੀ ਬਾਲਮੀਕ ਦੇ ਆਸ਼ਰਮ ਵਿੱਚ ਉਹਨੇ ਵੀ ਆਪਣਾ ਸਮਾਂ ਪਾਸ ਕੀਤਾ ਸੀ। ਬਾਲਮੀਕ ਰਿਸ਼ੀ ਨੇ ਵੀ ਔਰ ਰਿਸ਼ੀ ਵਾਂਗੂ ਲਾਭ ਕਾਸ਼ ਨੂੰ ਅਸਤਰ ਸ਼ਸਤਰ ਦੀ ਵਿਦਿਆ ਜਪ ਤਪ ਸਭ ਕੁਝ ਕਰਾਇਆ। ਇੰਨੇ ਕੁ ਮਹਾਨ ਯੋਧੇ ਬਣਾਤੇ ਕਿ ਜਿਹੜਾ ਸ਼੍ਰੀ ਰਾਮਚੰਦਰ ਭਗਵਾਨ ਰਾਵਣ ਨੂੰ ਹਰਾਉਣ ਵਾਲਾ, ਰਾਵਣ ਨੂੰ ਮਾਰਨ ਵਾਲਾ ਐਡੇ ਵੱਡੇ ਯੋਧੇ ਨੂੰ ਉਹਦੇ ਵੀ ਹੱਥ ਖੜੇ ਹੋ ਗਏ ਉਹਨਾਂ ਛੋਟੇ ਛੋਟੇ ਬੱਚਿਆਂ ਦੇ ਅੱਗੇ। ਇਹ ਸੀ ਬੱਚਾ ਨਹੀਂ ਸੀ ਉਹ, ਭਾਵੇਂ ਜਵਾਨ ਮੰਨ ਲਈ ਅਸੀਂ ਉਹਨੂੰ ਜਵਾਨ ਸੀ, ਪਰ ਇੱਕ ਬੰਦਾ ਕੀ ਕਰ ਸਕਦਾ ਸੀ। ਉਹ ਦੋ ਬੱਚੇ ਏਡੀ ਵੱਡੀ ਫੌਜ ਦੇ ਅੱਗੇ ਕੀ ਕਰ ਸਕਦੇ ਸੀ ਲਵਕਸ਼। ਉਹਦੇ ਪਿੱਛੇ ਹੱਥ ਜਿਹੜਾ ਸੀ ਭਗਤੀ ਦਾ ਸੀ, ਸ਼ਕਤੀ ਦਾ ਸੀ, ਰਿਸ਼ੀ ਬਾਲਮੀਕ ਦਾ ਸੀ। ਹੁਣ ਇਸ ਸਗਰ ਦੇ ਪਿੱਛੇ ਵੀ ਹੱਥ ਜਿਹੜਾ ਹੈ ਉਹ ਔਰ ਰਿਸ਼ੀ ਦਾ ਹੈ ਹਾਰਿਆ, ਆਪਣਾ ਰਾਜ ਸੰਭਾਲਿਆ। ਮਨ ਵਿੱਚ ਇੱਕ ਵਿਚਾਰ ਆਈ,
ਵੀ ਇਹ ਜਿਹੜਾ ਹੈ ਰਾਜ ਹੈ ਨਾ, ਇਹ ਜਿੰਨੇ ਇਸ ਰਾਜ ਦੇ ਲੋਕ, ਜਿੰਨੇ ਕੁਟੁੰਬ ਕਬੀਲੇ ਰਹਿੰਦੇ ਨੇ, ਉਹ ਸਾਰੇ ਦੇ ਸਾਰੇ ਨਾਸ਼ ਕਰ ਦੇਣੇ। ਬਹੁਤ ਸਾਰੀ ਦੁਨੀਆ ਮਰੀ, ਕੁਝ ਕੁ ਨੇ ਆਣ ਕੇ ਔਰਵ ਰਿਸ਼ੀ ਦੀ ਸ਼ਰਨ ਲੈ ਲਈ। ਵੀ ਸਾਡਾ ਕੁਟੁੰਬ ਕਬੀਲੇ ਨਾਸ਼ ਹੋ ਜਾਣਗੇ, ਤੇ ਅਸੀਂ ਹਾਰ ਮੰਨ ਲਈ ਆ, ਸਾਨੂੰ ਮਰਨ ਤੋਂ, ਮੌਤ ਤੋਂ ਸਾਨੂੰ ਬਚਾ ਦੇਵੇ, ਨਾ ਮਾਰੇ ਭਾਵ। ਔਰ ਰਿਸ਼ੀ ਦਾ ਫਿਰ ਚੇਲਾ ਸੀਗਾ ਸਗਰ, ਇਹਨੇ ਸਮਝਾਇਆ। ਉੱਥੋਂ ਫਿਰ ਉਹਨਾਂ ਕੁਟੁੰਬਾਂ ਵਿੱਚੋਂ 4 ਕੁਟੁੰਬ ਵੱਖਰੇ ਹੋਰ ਪੈਦਾ ਹੋ ਗਏ। 4 ਮੱਖੀਆਂ ਜਿਹੜੀਆਂ ਸੀ ਨਾ, ਉਹਦੇ ਵਿੱਚੋਂ ਨਿਕਲ ਆਈਆਂ ਸਾਖਾਂ, ਯਕ, ਯਮਨ, ਕੰਬੋਜ ਤੇ ਪਾਰਦ, ਪੱਲੜ। ਵਸ਼ਿਸ਼ਟ ਰਿਸ਼ੀ ਦੇ ਅੱਗੇ ਵੀ ਜਾ ਕੇ ਬੇਨਤੀ ਕੀਤੀ ਇਹਨਾਂ ਨੂੰ। ਖੈਰ ਵਸ਼ਿਸ਼ਟ ਰਿਸ਼ੀ ਦਾ ਵੀ ਕਹਿਣਾ ਮੰਨਿਆ, ਔਰ ਉਹਦਾ ਵੀ ਕਹਿਣਾ ਮੰਨਿਆ। ਇੱਕ ਸ਼ਰਤ ਰੱਖਤੀ ਫਿਰ ਸਗਰ ਨੇ, ਕਹਿਣ ਲੱਗਾ ਰੱਖ, ਛੱਡ ਦੇਣਾ ਇਹਨਾਂ ਨੂੰ, ਮਾਫ ਕਰ ਦੇਣਾ ਇਹਨਾਂ ਨੂੰ, ਪਰ ਇੱਕ ਸ਼ਰਤ ਹੈ ਕਰੋ। ਉਹ ਸ਼ਰਤ ਕੀ? ਵੀ ਕੁਝ ਕੁ ਬੰਦੇ ਜਿਹੜੇ ਆ ਨਾ ਵਿੱਚੋਂ, ਇੱਕ ਕੁਟੁੰਬ ਜਿਹੜਾ ਹੈ ਪਰਦਾ ਵਾ, ਉਹ ਜਮਨ ਜਿਹੜਾ ਹੈ ਉਹ ਸਿਰ ਮਨਾ ਲਵੇ, ਸਾਰਾ ਸਿਰ ਰੋੜ ਮੋੜ ਕਰ ਦੇ। ਸੱਗ ਜਿਹੜੇ ਨੇ ਉਹ ਅੱਧਾ ਸਿਰ ਬਣਾਉਣ, ਵਿੱਚੋਂ ਆਸੇ ਪਾਸੇ ਵਾਲ ਰੱਖ ਲੈਣ, ਪਾਸ ਜਿਹੜੇ ਉਹ ਲੰਬੇ ਲੰਬੇ ਕੇਸ ਰੱਖ ਲੈਣ, ਤੇ ਜਿਹੜੇ ਪੱਲਵ ਨੇ ਇਹ ਕੱਲੀਆਂ ਦਾੜੀਆਂ ਰੱਖ ਲੈਣ, ਸਿਰ ਬਣਾ ਲੈਣ। ਇਹ ਤੁਸੀਂ ਪਹਿਲੇ ਜ਼ਮਾਨੇ ਦੇਖਿਆ ਹੋਊਗਾ, ਮੈਂ ਤਾਂ ਦੇਖਿਆ, ਤੁਹਾਡਾ ਮੈਨੂੰ ਪਤਾ ਨਹੀਂ। ਅੱਧੇ ਸਿਰ ਵੀ ਲੋਕਾਂ ਦੇ ਮੁੰਨੇ ਹੁੰਦੇ ਸੀਗੇ, ਸਾਰੇ ਕੇਸ ਦਾੜੀਆਂ ਵਾਲੇ ਵੀ ਹੁੰਦੇ ਸੀਗੇ, ਸਿਰ ਮੁੰਨੇ ਹੁੰਦੇ ਸੀਗੇ, ਤੇ ਦਾੜੀਆਂ ਰੱਖੀਆਂ ਹੁੰਦੀਆਂ ਸੀ, ਅੱਜ ਵੀ ਹੈ ਨੇ। ਖੈਰ ਉਹਨਾਂ ਨੂੰ ਬਖਸ਼ ਦਿੱਤਾ। ਸਗਰ ਨੇ ਫਿਰ 2 ਸ਼ਾਦੀਆਂ ਕਰਾਈਆਂ ਪੈਰੋਂ। ਗੱਲ ਆਪਾਂ ਲੈ ਕੇ ਜਾਣੀ ਆ ਵੀ ਧਰਤੀ ਤੇ ਗੰਗਾ ਕਿਵੇਂ ਆਈ, ਕਿਉਂ ਆਉਣਾ ਪਿਆ ਧਰਤੀ ਨੂੰ ਗੰਗਾ ਤੇ, ਕਿਉਂ ਗੰਗਾ ਇਸ਼ਨਾਨ ਸਵਰਗ ਤੋਂ ਮਸ਼ਹੂਰ ਹੋਇਆ, ਕਿਵੇਂ ਪਾਪਾਂ ਦੀ ਮੈਲ ਉਤਰਦੀ ਹੈ। ਇਹ ਸਾਰਾ ਕੁਝ ਇਸ ਆਪਣੇ ਵਿਚਾਰ ਵਿੱਚ ਆਊਗਾ। ਪਰ ਜੇ ਲੜੀਵਾਰ ਕਰਾਂਗੇ ਵਿਚਾਰ ਦੇ, ਤਾਂ ਆ ਸਮਝ ਤਾਂ ਆਊਗੀ ਆਪਾਂ ਨੂੰ। ਸਗਰ ਰਾਜਾ ਬਣਿਆ, 2 ਸ਼ਾਦੀਆਂ ਕਰਾਈਆਂ। ਇੱਕ ਕਸ਼ਪ ਰਿਸ਼ੀ, ਬਹੁਤ ਰਿਸ਼ੀ, ਮਹਾਨ ਰਿਸ਼ੀ ਹੋਇਆ ਕਸ਼ਪ ਰਿਸ਼ੀ, ਉਹਦੀ ਪੁੱਤਰੀ ਸੀਗੀ ਸੁਮਿਤ, ਉਹਦੇ ਨਾਲ ਸ਼ਾਦੀ ਕਰਾਈ। ਇੱਕ ਰਾਜਾ ਵਿਦਰਭ ਹੋਇਆ, ਉਹਦੀ ਲੜਕੀ ਕੋਸ਼ਨੀ ਸੀ, ਉਹਦੇ ਨਾਲ ਸ਼ਾਦੀ ਕਰਾਈ। ਤੇ ਸਮਾਂ ਹੋ ਗਿਆ, ਜਿੰਨੀ ਕੁ ਆਪਾਂ ਨੂੰ ਵਿਚਾਰ ਪਾਤਸ਼ਾਹ ਨੇ ਬਖਸ਼ ਕੀਤੀ ਆ, ਆਪਾਂ ਉਨੀ ਕੁ ਵਿਚਾਰ ਕਰ ਸਕੇ ਹਾਂ। ਗੱਲ ਮੂਲ ਹੈਗੀ ਆ ਵੀ ਪਾਪਾਂ ਦੀ ਮੈਲ ਤੀਰਥਾਂ ਤੇ ਕਿਵੇਂ ਉਤਰਦੀ। ਇਹ ਜਿਵੇਂ ਜਿਵੇਂ ਆਪਾਂ ਅੱਗੇ ਵਿਚਾਰ ਕਰਾਂਗੇ, ਤਿਵੇਂ ਤਿਵੇਂ ਆਪਾਂ ਨੂੰ ਸਮਝਦੇ ਆਉਂਦੀ ਵੀ ਪਾਪ ਜਿਹੜੇ ਤੀਰਥ ਆ, ਪਾਪ ਨਾਸ਼ਕ ਨੇ। ਅਸੀਂ ਉਹਨਾਂ ਨੂੰ ਭਾਵੇਂ ਪਾਣੀ ਕਹੀਏ, ਭਾਵੇਂ ਕੁਝ ਕਹੀਏ, ਭਾਵੇਂ ਉਹਨੂੰ ਕੁਝ ਕਹੀਏ। ਅਸੀਂ ਇਹ ਸਾਡੀ ਭਾਵਨਾ, ਸਾਡੀ ਕਿੰਨੀ ਕੁ ਸਾਡੇ ਅੰਦਰ ਭਾਵਨਾ ਹੈ। ਤੇ ਕੱਲ੍ਹ ਤੱਕ ਮੈਨੂੰ ਵੀਰ ਨੇ ਇੱਕ ਗੱਲ ਕਹਿ ਵੀ ਦਿੱਤੀ ਸੀ,
ਬਾਬਾ ਜੀ ਤੁਸੀਂ ਸਿੱਖ ਇਤਿਹਾਸ ਨਹੀਂ ਸੁਣਾ ਰਹੇ, ਤੁਸੀਂ ਤਾਂ ਹੋਰ ਹੀ ਕੁਝ ਹਿੰਦੂ ਇਤਿਹਾਸ ਸੁਣਾ ਰਹੇ। ਮੈਂ ਕਿਹਾ ਵੀਰ ਇੱਕ ਗੱਲ ਯਾਦ ਰੱਖ, ਧੰਨ ਗੁਰੂ ਨਾਨਕ ਸਾਹਿਬ ਨੇ ਇਕੱਲੇ ਸਿੱਖਾਂ ਨੂੰ ਉਪਦੇਸ਼ ਨਹੀਂ ਦਿੱਤਾ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਜੇ ਗੁਰੂ ਨਾਨਕ ਸਾਹਿਬ ਚੌਂ ਵਰਨਾਂ ਦੀ ਗੱਲ ਕਰ ਸਕਦੇ ਆ, ਸਾਰੇ ਧਰਮਾਂ ਦੀ ਗੱਲ ਕਰ ਸਕਦੇ ਆ, ਤੇ ਕੀ ਅਸੀਂ ਉਹਨਾਂ ਦੀ ਗੱਲ ਦੁਹਰਾ ਨਹੀਂ ਸਕਦੇ? ਅਸੀਂ ਸ਼ੰਕਾਵਾਦੀ ਜ਼ਿਆਦਾ ਹੋ ਗਏ। ਅਸੀਂ ਕਿਸੇ ਚੀਜ਼ ਨੂੰ ਦਾ ਮੂਲ ਸਮਝਣਾ ਨਹੀਂ ਚਾਹੁੰਦੇ। ਉੱਪਰਲੀ ਜੀ ਵਿਚਾਰ ਨੂੰ ਲੈ ਕੇ ਅਸੀਂ ਬਾਦ ਵਿਵਾਦ ਵਿੱਚ ਪੈ ਜਾਂਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਨੀ। ਕੱਲ੍ਹ ਨੂੰ ਜੋ ਆਪਣੇ ਤੇ ਪਾਤਸ਼ਾਹ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ੍ਹ ਨੂੰ ਵਿਚਾਰ ਕਰ ਦੇਵਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਪਿੰਡ ਦੀ ਸੁੱਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ